ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹੋ ਜਨੇਊ ਜੀ ਕਾ, ਹਈ ਤਾ ਪਾਂਡੇ ਘਤ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹੋ ਜਨੇਊ ਜੀ ਕਾ, ਹਈ ਤਾ ਪਾਂਡੇ ਘਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਰੀਬ ਨਵਾਜ ਚਵਰ ਛਤਰ ਤਖਤ ਦੇ ਮਾਲਕ ਹਜ਼ੂਰ ਦਾ ਤਾਰ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਾਹਿਬ ਜੀ ਦੀਆਂ ਅਸੀਸਾਂ ਦੇ ਪਾਤਰ ਬਣਦਿਆਂ ਜੁੜ ਬੈਠੇ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਨੇ ਤਰਸ ਦੇ ਘਰ ਵਿੱਚ ਆ ਕੇ ਸੁਭਾਗ ਬਖਸ਼ਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਬਾਣੀ ਆਸਾ ਕੀ ਵਾਰ ਲੜੀਵਾਰ ਰੂਪ ਦੇ ਅੰਦਰ ਆਪਾਂ ਸਰਵਣ ਕਰ ਰਹੇ ਹਾਂ। ਦਾਤਾਰ ਸਤਿਗੁਰੂ ਅੱਜ ਜੋ 15ਵੇਂ ਇਸ ਪਾਵਨ ਸ਼ਲੋਕ ਦੇ ਅੰਦਰ ਆਸੀਸਾਂ ਦੇ ਰਹੇ ਨੇ, ਆਓ ਜਿਤਨੇ ਮਾਲਕ ਦੀ ਹਜ਼ੂਰੀ ਗੋਦ ਅੰਦਰ ਬੈਠੇ ਹਾਂ ਅਰਦਾਸ ਕਰੋ, ਸਤਿਗੁਰੂ ਤਰਸ ਕਰਿਓ। ਕਲਯੁਗੀ ਜੀਵ ਹਾਂ, ਵਾਸ਼ਨਾ ਦੇ ਵਿੱਚ ਬੱਝੇ ਹਾਂ, ਤਰਸ ਕਰਿਓ। ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਦੀ ਦਾਤ ਦੇ ਕੇ ਕੁਝ ਕਹਿਣ ਸੁਣਨ ਦੀ ਸਮਰੱਥਾ ਦਿਓ। ਆਓ ਗੁਰਮੁਖੋ ਇੱਕ ਦਫਾ ਉਚਾਰਨ ਕਰੋ ਤੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਧੰਨ ਦਾਤਾਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਸਭ ਤੋਂ ਪਹਿਲੇ ਪੜਾਅ ਦੇ ਅੰਦਰ ਇਸ ਪਾਵਨ ਸ਼ਲੋਕ ਦੇ 4 ਹਿੱਸੇ ਨੇ, ਇੰਜ ਕਹਿ ਦਈਏ 4 ਪੜਾਅ ਹਨ। ਉਸ ਤੋਂ ਉਪਰੰਤ ਫਿਰ ਪਾਵਨ ਬਚਨ ਪੌੜੀ ਹੈ। ਸੋ ਸਾਹਿਬ ਜੀ ਸਭ ਤੋਂ ਪਹਿਲੇ ਪੜਾਅ ਦੇ ਵਿੱਚ ਜੋ ਆਸੀਸਾਂ ਦੇਣਗੇ, ਪਹਿਲੇ ਮਹੱਲੇ ਅੰਦਰ ਜੋ ਆਸੀਸਾਂ ਦੇਣਗੇ, ਉਹਦੇ ਅੰਦਰ ਸਤਿਗੁਰੂ ਜੀ ਉਸ ਬ੍ਰਾਹਮਣ ਨੂੰ ਜਿਹੜਾ ਜਨੇਊ ਪਾਉਣ ਦੇ ਵਾਸਤੇ ਪੰਡਿਤ ਹਰਦਿਆਲ ਆਇਆ, ਉਹਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇਹ ਜਿਹੜਾ ਜਨੇਊ ਤੂੰ ਪਾਉਣ ਵਾਸਤੇ ਆਇਆ ਜਾਂ ਇਹ ਜਿਹੜਾ ਜਨੇਊ ਹੈ ਇੱਕ ਸਵਾਏ ਧਾਗੇ ਤੋਂ ਕੁਝ ਵੀ ਨਹੀਂ। ਉਸ ਤੋਂ ਅਗਲੇ ਪਾਵਨ ਬਚਨ ਦੇ ਅੰਦਰ ਸਾਹਿਬ ਸਮਝਾਉਂਦੇ ਨੇ ਕੀ ਹੋਇਆ ਜੇ ਤਨ ਦੇ ਉੱਤੇ ਧਰਮ ਦੇ ਚਿੰਨ੍ਹ ਪਾ ਲਏ ਗਏ। ਇਹ ਸਾਰਿਆਂ ਦੇ ਵੱਲ ਇਸ਼ਾਰਾ ਹੋਵੇਗਾ। ਬੇਸ਼ੱਕ ਸੰਬੋਧਨ ਉਸ ਬ੍ਰਾਹਮਣ ਨੂੰ ਕੀਤਾ ਗਿਆ। ਕੀ ਹੋਇਆ ਜੇ ਧਰਮ ਦੇ ਚਿੰਨ੍ਹ ਜਿਹੜੇ ਨੇ ਆਪਣੇ ਤਨ ਦੇ ਉੱਤੇ ਪਹਿਨ ਲਏ ਨੇ, ਪਰ ਅੰਦਰ ਧਰਮ ਨਾ ਆ ਸਕਿਆ। ਹਾਲਾਂਕਿ ਇਹ ਵੀ ਸੀ ਇਹਨਾਂ ਚਿੰਨ੍ਹਾਂ ਨੂੰ ਪਹਿਨ ਕਰਕੇ ਤੇਰੇ ਅੰਦਰ ਧਰਮ ਦੇ ਪ੍ਰਤੀ ਕੋਈ ਭਾਵਨਾ ਆਉਂਦੀ ਕਿ ਮੇਰੇ ਤਨ ਤੇ ਇਹ ਚਿੰਨ੍ਹ ਪਹਿਨੇ ਨੇ, ਮੈਂ ਦੁਨੀਆ ਵਿੱਚ ਵਿਚਰਦਾ ਹਾਂ। ਪਰ ਨਹੀਂ, ਤੂੰ ਇਹਨਾਂ ਨੂੰ ਪਹਿਨ ਕਰਕੇ ਹੋਰ ਜ਼ਿਆਦਾ ਬੇਖੌਫ ਹੋ ਕਰਕੇ ਮੰਦ ਕਰਮ ਕਰਨ ਲੱਗਾ ਕਿ ਮੈਨੂੰ ਕਿਹਨੇ ਪੁੱਛਣਾ, ਕਿਉਂਕਿ ਮੇਰੇ ਧਰਮ ਦਾ ਲਿਬਾਸ ਕਵੇਗਾ ਕਿ ਇਹ ਬੰਦਾ ਧਰਮੀ ਹੈ, ਇਹ ਇਸ ਤਰ੍ਹਾਂ ਦੇ ਕੰਮ ਜਿਹੜੇ ਉਹ ਕਰ ਹੀ ਨਹੀਂ ਸਕਦਾ। ਸੋ ਦਾਤਾਰ ਪਾਤਸ਼ਾਹ ਫਿਰ ਤੀਸਰੇ ਪੜਾਅ ਅੰਦਰ ਕਹਿੰਦੇ ਨੇ ਕਿ ਨਾਮ ਨੂੰ ਮੰਨਣ ਵਾਲੇ ਜਿਹੜੇ ਨੇ ਉਹਨਾਂ ਦੀ ਪੱਤ ਜਿਹੜੀ ਹੈ ਇੱਥੇ ਤੇ ਉੱਥੇ ਮਾਲਕ ਤਰਸ ਕਰਦਾ, ਉਹਨਾਂ ਦੀ ਪੱਤ ਇੱਜ਼ਤ ਜਿਹੜੀ ਉਹ ਰਹਿ ਜਾਂਦੀ ਹੈ, ਉਹ ਦਰਗਾਹ ਦੇ ਅੰਦਰ ਪ੍ਰਵਾਨ ਹੋ ਜਾਂਦੇ ਨੇ। ਚੌਥੇ ਹਿੱਸੇ ਦੇ ਅੰਦਰ ਸਾਹਿਬ ਕਿਰਪਾ ਕਰਨਗੇ ਕਿ ਪੰਡਿਤ ਜੀ ਇਹ ਬਾਹਰੀ ਤੌਰ ਤੇ ਜਨੇਊ ਪਾ ਲਿਆ, ਇਹ ਧਾਗੇ ਨੂੰ ਤਨ ਦੇ ਉੱਤੇ ਪਾ ਲਿਆ, ਪਰ ਚੰਗਾ ਹੁੰਦਾ ਭਲਾ ਹੁੰਦਾ ਤੂੰ ਇਹ ਧਾਗਾ ਆਪਣੇ ਇੰਦਰੀਆਂ ਨੂੰ ਬੰਨ੍ਹਣ ਵਾਸਤੇ ਵਰਤਦਾ। ਹੁਣ ਇਹ ਭਾਵ ਨਹੀਂ ਕਿ ਤੂੰ ਇਸ ਧਾਗੇ ਦੇ ਨਾਲ ਆਪਣੀ ਅੱਖਾਂ ਬੰਨ੍ਹ ਲੈਂਦਾ, ਆਪਣੀ ਜ਼ੁਬਾਨ ਫੜ ਕੇ ਬੰਨ੍ਹ ਲੈਂਦਾ। ਭਾਵ ਇਹ ਸਤਿਗੁਰੂ ਸਮਝਾਉਣਗੇ ਕਿ ਕਮਾਲ ਇਹਦੇ ਵਿੱਚ ਹੋਣੀ ਸੀ ਕਿ ਤੂੰ ਜਿੱਥੇ ਬਾਹਰ ਇਸ ਧਾਗੇ ਨੂੰ ਪਹਿਨਿਆ ਗੰਢਾਂ ਮਾਰੀਆਂ ਨੇ, ਉੱਥੇ ਤੂੰ ਆਪਣੇ ਇੰਦਰੀਆਂ ਦੇ ਉੱਤੇ ਵੀ ਕਿਤੇ ਜਤ ਦੀ ਗੰਢ, ਕਿਤੇ ਸੱਤ ਦੀ ਗੰਢ ਮਾਰਦਾ, ਕਿਤੇ ਇਹਨਾਂ ਵਿਸ਼ਿਆਂ ਵਕਾਰਾਂ ਨੂੰ ਰੋਕਦਾ, ਇਹਨਾਂ ਅੱਖਾਂ ਦੇ ਉੱਤੇ ਕੋਈ ਗੰਢ ਮਾਰਦਾ, ਇਸ ਜ਼ੁਬਾਨ ਦੇ ਉੱਤੇ ਕੋਈ ਗੰਢ ਮਾਰਦਾ। ਪੌੜੀ ਦੇ ਅੰਦਰ ਸਾਹਿਬ ਆਸੀਸ ਬਖਸ਼ਣਗੇ
ਜੇ ਮਾਲਕ ਦਇਆਲ ਹੋਵੇ, ਮਾਲਕ ਤਰਸ ਕਰੇ, ਕਰਤਾ ਅਕਾਲ ਪੁਰਖ ਕਿਰਪਾ ਰਹਿਮਤ ਬਖਸ਼ਿਸ਼ ਦੇ ਘਰ ਵਿੱਚ ਆ ਜਾਏ ਤਾਂ ਖਸਮੈ ਕੰਮ ਹੱਲ ਪਾਏ ਸੀ। ਉਸ ਮਾਲਕ ਦਾ ਘਰ ਜਿਹੜਾ ਸੋ ਪ੍ਰਾਪਤ ਹੁੰਦਾ ਹੈ ਤੇ ਮਨ ਚਿੰਦੇ ਫਲ ਜਿਹੜੇ ਨੇ ਉਹਨਾਂ ਦੀ ਪ੍ਰਾਪਤੀ ਹੁੰਦੀ। ਤੇ ਅਖੀਰ ਸਾਹਿਬ ਜੀ ਅੱਜ ਕਹਿਣਗੇ ਕਿ ਉਹ ਦਾਤਾ ਕਿਰਪਾ ਕਰਦਾ ਤਾਂ ਦਰਗਹ ਪੈਦਾ ਜਾਏ ਸੀ, ਉਹਦੀ ਦਰਗਾਹ ਦੇ ਅੰਦਰ ਪ੍ਰਵਾਨ ਹੋ ਜਾਂਦੇ ਹਾਂ। ਸੋ ਆਓ ਸਾਹਿਬ ਜੀ ਅੱਜ ਦੇ ਇਸ ਪਾਵਨ ਬਚਨ ਅੰਦਰ ਜੋ ਆਸੀਸ ਦਿੰਦੇ ਨੇ, ਇਤਿਹਾਸ ਦੇ ਜਦੋਂ ਪੰਨੇ ਪਲਟਦੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾਤਾਰ ਹਜ਼ੂਰ ਨਿਰੰਕਾਰ ਸਰੂਪ, ਉਹ ਨਿਰਗੁਣ ਤੇ ਸਰਗੁਣ ਥੀਆ ਨਾਨਕ ਆਪੇ ਆਪ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਸਰਗੁਣ ਸਰੂਪ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਅੰਦਰ ਇਸ ਪਾਵਨ ਧਰਤੀ ਨੂੰ, ਇਸ ਮੁਲਕ ਦੀ ਧਰਤੀ ਨੂੰ ਕਹਿ ਦਈਏ ਜਾਂ ਇਸ ਮਾਤਲੋਕ ਦੀ ਧਰਤੀ ਨੂੰ ਆ ਕਰਕੇ ਨਿਵਾਜਿਆ। ਦਾਤਾਰ ਪਾਤਸ਼ਾਹ ਜਦੋਂ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਬਚਪਨ ਦੇ ਮੁੱਢਲੇ ਹੀ ਜਿਹੜੇ ਸਾਲ ਸਨ ਨਾ, ਹਾਲਾਂਕਿ ਗੁਰੂ ਦੇ ਉੱਤੇ ਕੋਈ ਬਚਪਨ ਕੋਈ ਜਵਾਨੀ ਕੋਈ ਮਾਇਨਾ ਨਹੀਂ ਰੱਖਦੀ, ਕਿਉਂਕਿ ਜੇ ਬਚਪਨ ਆਏਗਾ, ਜੇ ਅਸੀਂ ਗੁਰੂ ਦਾ ਉਸ ਨਾਲ ਸੰਬੰਧ ਕਰ ਦੇਵਾਂਗੇ ਤੇ ਬਚਪਨ ਤੇ ਫਿਰ ਆਉਣਾ ਜਾਣਾ, ਜਵਾਨੀ ਵੀ ਆਉਣੀ ਜਾਣੀ। ਪਰ ਸਿਰਫ ਇੱਥੇ ਇੱਕ ਸਰੀਰ ਦੀ ਗੱਲ ਹੈ, ਗੁਰੂ ਤੇ ਸਦਾ ਅਮਰ ਹੈ। ਇੰਝ ਕਹਿ ਦਈਏ ਗੁਰੂ ਹਰਖ ਸੋਗ ਤੋਂ ਵੀ ਰਹਿਤ ਹੈ, ਕਾਲ ਤੋਂ ਵੀ ਰਹਿਤ ਹੈ, ਉਹ ਸਮੇਂ ਦੀ ਪਕੜ ਤੋਂ ਵੀ ਰਹਿਤ ਹੈ। ਪਰ ਇੱਕ ਸਰੀਰ ਦੇ ਨਾਲ ਜਦੋਂ ਅਸੀਂ ਇਸ ਨਿਗਾਹ ਦੇ ਨਾਲ ਤੱਕਾਂਗੇ ਤਾਂ ਨਜ਼ਰ ਪਏਗਾ ਕਿ ਸਤਿਗੁਰਾਂ ਦੇ ਸਰੀਰ ਦੀ ਇੰਨੀ ਉਮਰ ਹੈ। ਹਾਲਾਂਕਿ ਮੈਂ ਫਿਰ ਕਹਾਂ, ਗੁਰੂ ਸਰੀਰ ਵੀ ਨਹੀਂ, ਗੁਰੂ ਜੋਤ ਹੈ। ਪਰ ਜੋ ਇੱਕ ਪ੍ਰਤੱਖ ਦਿਸਦਾ ਹੋਇਆ ਸਰੀਰ ਹੈ, ਜਿਸ ਸਰੀਰ ਨੇ ਆ ਕਰਕੇ ਆਪਣੀ ਛੋਹ ਦੇ ਕੇ ਪਾਪੀਆਂ ਨੂੰ ਤਾਰਿਆ, ਦੁਖੀਆਂ ਨੂੰ ਨਿਵਾਜਿਆ, ਗਰੀਬਾਂ ਦੇ ਘਰੀਂ ਚਰਨ ਪਾਏ, ਭਾਈ ਲਾਲੋ ਵਰਗੇ ਕਮਾਈ ਵਾਲੇ ਕਿਰਤੀ ਗੁਰਸਿੱਖਾਂ ਨੂੰ ਗਲ ਵਕੜੀਆਂ ਵਿੱਚ ਲਿਆ, ਹੋਰ ਵੀ ਬੇਅੰਤ ਸ਼ਰਾਪੇ ਹੋਏ ਜਿਹੜੇ ਸਨ ਉਹਨਾਂ ਦਾ ਉਧਾਰ ਕੀਤਾ। ਮੈਂ ਜ਼ਿਕਰ ਕਰਾਂ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਵਤਾਰ ਧਾਰਿਆ, ਵਿਰਲੇ ਵਿਰਲੇ ਮਨੁੱਖ ਨੇ ਜਿਨ੍ਹਾਂ ਨੂੰ ਮੇਰੇ ਹਜ਼ੂਰ ਪਾਤਸ਼ਾਹ ਜੀ ਦੇ ਕੌਤਕ ਚੋਜ ਜਿਹੜੇ ਉਹ ਸਮਝ ਆਉਣ ਲੱਗੇ ਨੇ। ਕਦੀ ਦਾਈ ਦੌਲਤਾਂ ਨੂੰ ਪਹਿਲੀ ਦਫਾ ਸਮਝ ਪਈ, ਰਾਏ ਬੁਲਾਰ ਨੂੰ ਕੁਝ ਸਮਝ ਆਉਂਦੀ ਹੈ, ਭੈਣ ਨਾਨਕੀ ਨੂੰ ਸਮਝ ਆਉਣ ਲੱਗ ਜਾਂਦੀ ਹੈ। ਪਰ ਖੈਰ, ਹਾਲੇ ਤੱਕ ਪਿਤਾ ਮਹਿਤਾ ਕਾਲੂ, ਜਿਨ੍ਹਾਂ ਨੂੰ ਇਤਿਹਾਸ ਮਹਿਤਾ ਕਲਿਆਣ ਦਾਸ, ਮਹਿਤਾ ਕਾਲੂ ਆਦਿਕ ਨਾਵਾਂ ਦੇ ਨਾਲ ਆਪਾਂ ਪੜ੍ਹਦੇ ਸਰਵਣ ਕਰਦੇ ਹਾਂ, ਜਿਸ ਦਿਨ ਦੇਖਿਆ ਕਿ ਹੁਣ ਪੁੱਤਰ ਨੂੰ ਜਨੇਊ ਸੰਸਕਾਰ ਕਰਨਾ ਹੈ ਤਾਂ ਸਾਰਾ ਆਪਣਾ ਸ਼ਰੀਕਾ ਜਿਹੜਾ ਉਹਨੂੰ ਇਕੱਠਿਆਂ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਉਸ ਆਉਣ ਵਾਲੇ ਪੰਡਤ ਨੂੰ, ਜਿਹਨੇ ਇਹ ਜਨੇਊ ਸੰਸਕਾਰ ਕਰਨ ਆਉਣਾ, ਉਹਨੂੰ ਪਹਿਲਾਂ ਵੀ ਸਤਿਗੁਰੂ ਉਪਦੇਸ਼ ਦੇ ਚੁੱਕੇ ਨੇ। ਜਿਸ ਦਿਨ ਸਤਿਗੁਰਾਂ ਨੂੰ ਸਪਾਂਦੇ ਦੇ ਕੋਲ ਪੜ੍ਹਨ ਵਾਸਤੇ ਭੇਜਿਆ, ਉਸ ਦਿਨ ਮੇਰੇ ਦਾਤਾਰ ਪਾਤਸ਼ਾਹ ਜੀ ਹੋਰ ਵੀ ਕਈ ਲੋਕ ਜਿਹੜੇ ਸਨ, ਕਦੀ ਮੁੱਲਾਂ ਨੂੰ ਵੀ ਉਪਦੇਸ਼ ਦਿੱਤਾ, ਕਦੀ ਪਾਂਦੇ ਨੂੰ ਉਪਦੇਸ਼ ਦਿੱਤਾ ਸੀ ਕਿ ਤੂੰ ਜੋ ਮੈਨੂੰ ਪੜ੍ਹਾਉਣਾ ਹੈ, ਇਹਨਾਂ ਅੱਖਰਾਂ ਨੂੰ ਪੜ੍ਹ ਕੇ ਮੇਰਾ ਕੀ ਭਲਾ ਹੋਵੇਗਾ। ਉਹ ਕਹਿੰਦਾ ਇਹਨਾਂ ਨੂੰ ਇਹ ਹਰਫ, ਇਹ ਅੱਖਰ ਪੜ੍ਹ ਕੇ ਤੈਨੂੰ ਸੰਸਾਰ ਦੀ ਸਮਝ ਆਏਗੀ। ਤੂੰ ਜਿਸ ਤਰ੍ਹਾਂ ਤੇਰਾ ਪਿਤਾ ਪਟਵਾਰੀ ਲੱਗਾ, ਇਸ ਤਰ੍ਹਾਂ ਤੂੰ ਉੱਚੇ ਅਹੁਦੇ 'ਤੇ ਬੈਠੇਂਗਾ, ਤੇਰੇ ਕੋਲ ਸੰਸਾਰ ਦਾ ਧਨ ਆ ਜਾਏਗਾ, ਤੇਰੇ ਕੋਲ ਮਾਇਆ ਆਏਗੀ, ਤੇਰੇ ਕੋਲ ਪਦਾਰਥ ਆਵਣਗੇ। ਇਹਦੇ ਨਾਲ ਤੇਰਾ ਬਹੁਤ ਸੋਹਣਾ ਜ਼ਿੰਦਗੀ ਦਾ ਪੱਖ ਜਿਹੜਾ ਹੈ ਗੁਜ਼ਰਾਨ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਨੇ ਇਹਨੂੰ ਬਚਨ ਕਹੇ ਸੀ, ਮੈਂ ਨਹੀਂ ਫਿਰ ਪੜ੍ਹਨਾ। ਉਹ ਕਹਿੰਦਾ ਕਿਉਂ? ਤਾਂ ਦਾਤਾਰ ਜੀ ਕਹਿਣ ਲੱਗੇ ਵੀ ਪੜ੍ਹੀਏ ਕਾਹਤੋਂ, ਮੈਨੂੰ ਤਾਂ ਉਹ ਪੜ੍ਹਾ ਜਿਸ ਦੇ ਨਾਲ ਮੇਰਾ ਅਗਾਂਹ ਦਾ ਲੇਖਾ ਨਿਬੜ ਜੇ, ਕਿ ਤੇਰੇ ਆਹ ਪੜ੍ਹਾਏ ਹੋਏ ਅੱਖਰ ਹਰਫ ਮੇਰਾ ਅਗਲਾ ਲੇਖਾ ਮੁਕਾ ਦੇਣਗੇ, ਨਿਬੇੜ ਦੇਣਗੇ। ਉਹ ਕਹਿੰਦਾ ਨਹੀਂ। ਦਾਤਾ ਜੀ ਕਹਿੰਦੇ ਫਿਰ ਮੈਂ ਨਹੀਂ ਪੜ੍ਹਨਾ। ਸੋ ਸਤਿਗੁਰਾਂ ਨੇ ਉਹਨੂੰ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਸਮੇਂ ਦੇ ਨਾਲ ਇਤਿਹਾਸ 'ਚ ਸੁਣਦੇ ਹਾਂ। ਸੋ ਖੈਰ, ਇੱਥੇ ਸਮੇਂ ਦੇ ਤਕਾਜ਼ੇ ਨਾਲ ਮੈਂ ਸਿਰਫ ਇਸ਼ਾਰਾ ਮਾਤਰ ਕਹਾਂ, ਦਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਸ ਦਿਨ ਜਨੇਊ ਸੰਸਕਾਰ ਕਰਨ ਦੇ ਵਾਸਤੇ ਪਿਤਾ ਦੇ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ, ਰਿਸ਼ਤੇਦਾਰ ਵੀ ਸੱਦੇ ਗਏ ਨੇ, ਸਾਰਾ ਸ਼ਰੀਕਾ ਇਕੱਠਾ ਹੋ ਗਿਆ, ਭਾਈਚਾਰਾ ਇਕੱਠਾ ਹੋ ਗਿਆ। ਤੇ ਉਸ ਵਕਤ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ ਕਿ ਜਦੋਂ ਇਹ ਸੰਸਕਾਰ ਕੀਤਾ ਜਾਂਦਾ ਹੈ, ਉਸ ਵਕਤ ਇੱਕ ਬੱਕਰਾ ਜਿਹੜਾ ਉਹਨੂੰ ਵੀ ਕੋਹ ਕੇ ਮਾਰਿਆ ਜਾਂਦਾ ਹੈ, ਕਿਉਂਕਿ ਅੱਜ ਵੀ ਇਹ ਕੁਝ ਹੁੰਦਾ ਹੈ। ਉਦੋਂ ਵੀ ਇਹਦੇ 'ਚ ਹੁਣ ਕੋਈ ਦੋ ਰਾਏ ਨਹੀਂ। ਜਦੋਂ ਪੂਰੀ ਰੀਤ ਉਹ ਕੀਤੀ ਜਾ ਰਹੀ ਸੀ, ਪੂਰਾ ਰਸਮ ਰਿਵਾਜ ਕੀਤਾ ਜਾ ਰਿਹਾ ਸੀ, ਤੇ ਸੁਭਾਵਕ ਹੈ ਉਹਨੂੰ ਕੰਪਲੀਟਲੀ ਤੌਰ 'ਤੇ ਕੀਤਾ ਜਾਣਾ ਸੀ, ਉਹਨੂੰ ਅਧੂਰਾ ਤੇ ਨਹੀਂ ਸੀ ਕਰ ਸਕਦੇ। ਸਾਰਾ ਕੁਝ ਹੋਇਆ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹੁਣ ਬਿਠਾਇਆ ਗਿਆ। ਉਨੀ ਦੇਰ ਤੱਕ ਸਤਿਗੁਰਾਂ ਨੇ ਕਿਸੇ ਨੂੰ ਕੁਛ ਨਹੀਂ ਕਿਹਾ। ਪਰ ਜਦੋਂ ਇਹ ਜਨੇਊ ਪਾਉਣ ਦੀ ਰਸਮ ਜਿਹੜੀ ਸੀ ਸ਼ੁਰੂ ਹੋਣ ਲੱਗੀ
ਤੇ ਉਹ ਪੰਡਿਤ ਹਰਦਿਆਲ ਵੀ ਸਤਿਗੁਰਾਂ ਦੇ ਸਾਹਮਣੇ ਬੈਠਾ ਹੈ। ਜਦੋਂ ਆਇਆ ਤੇ ਪਿਤਾ ਮਹਿਤਾ ਕਾਲੂ ਨੇ ਉਹਦਾ ਬੜਾ ਸਨਮਾਨ ਕੀਤਾ ਸੀ, ਤੇ ਪਰ ਨਾਲ ਇੱਕ ਸ਼ਬਦ ਵੀ ਕਹਿ ਦਿੱਤੇ ਸੀ, ਪੰਡਿਤ ਜੀ ਤੁਸੀਂ ਝੂਠੇ ਹੋ ਤੇ ਤੁਹਾਡੀ ਜੋਤਿਸ਼ ਵਿੱਦਿਆ ਵੀ ਝੂਠੀ ਹੈ, ਕਿਉਂਕਿ ਤੁਸੀਂ ਹੁਣ ਤੱਕ ਜੋ ਜੋਤਿਸ਼ ਲਾ ਕੇ ਦਿੱਤਾ ਹੈ, ਜੋ ਅਨੁਮਾਨ ਲਾ ਕੇ ਦਿੱਤਾ ਹੈ ਕਿ ਬਹੁਤ ਧਰਮੀ ਹੋਏਗਾ, ਇਹਦੇ ਸਿਰ ਦੇ ਉੱਤੇ ਛਤਰ ਝੁਲਿਆ ਕਰਨਗੇ, ਇਹਨੂੰ ਰਾਜੇ ਮਹਾਰਾਜੇ ਆ ਕਰਕੇ ਨਮਸਕਾਰ ਕਰਨਗੇ, ਸਾਰੀ ਧਰਤੀ ਤੇ ਦਾ ਰਾਜ ਹੋਏਗਾ, ਪਰ ਤੁਹਾਡੀ ਵਿੱਦਿਆ ਝੂਠੀ ਹੈ। ਇਹਨੇ ਲਿਆਉਣਾ ਤੇ ਕੀ, ਚੰਗਾ ਛਤਰ ਝੁਲਾਇਓ ਸੂ ਮੇਰੇ ਸਿਰ ਤੇ ਤੁਸੀਂ, ਕਿ ਇਹ ਤਾਂ ਜਿਹੜੀਆਂ ਘਰੇ ਵੀ 4 ਚੀਜ਼ਾਂ ਪਈਆਂ ਨੇ ਉਹਨਾਂ ਨੂੰ ਵੀ ਬਾਹਰ ਸੁੱਟ ਆਉਂਦਾ ਹੈ, ਉਹ ਵੀ ਗਰੀਬਾਂ ਦੇ ਵਿੱਚ ਵੰਡ ਆਉਂਦਾ, ਉਹ ਵੀ ਘਰੋਂ ਲੈ ਜਾਂਦਾ। ਤਾਂ ਉਸ ਪੰਡਤ ਨੇ ਥੋੜ੍ਹਾ ਜਿਹਾ ਰੋ ਕਰਕੇ ਨੇਤਰ ਭਰ ਕੇ ਸ਼ਬਦ ਕਹੇ ਸੀ, ਕਹਿੰਦਾ ਮੇਰੀ ਵਿੱਦਿਆ ਝੂਠੀ ਨਹੀਂ ਹੈ, ਪਰ ਹਾਂ ਇਸ ਗੱਲ ਦਾ ਮੈਨੂੰ ਦੁੱਖ ਹੈ ਕਿ ਜਦੋਂ ਇਹਨੇ ਸਾਰੇ ਕੌਤਕ ਕਰਨੇ ਨੇ ਉਦੋਂ ਮੈਂ ਦੇਖ ਨਹੀਂ ਸਕਾਂਗਾ, ਕਿਉਂਕਿ ਮੇਰੀ ਉਮਰ ਕਾਫੀ ਸਿਆਣੀ ਹੋ ਚੁੱਕੀ। ਨਾਲ ਕਹਿੰਦਾ ਮੈਂ ਤੈਨੂੰ ਇਹ ਨਹੀਂ ਸੀ ਦੱਸਿਆ ਤੇ ਮੈਂ ਤੈਨੂੰ ਅੱਜ ਦੱਸਦਾ, ਤੈਨੂੰ ਨਹੀਂ ਸਮਝ ਆਏਗੀ। ਭਾਵ ਜਿਹੜੇ ਆਪਣੇ ਹੋਣਗੇ, ਨਜ਼ਦੀਕੀ ਹੋਣਗੇ, ਉਹਨਾਂ 'ਚ ਖਾਸ ਕਰਕੇ ਤੂੰ ਗੁਰੂ ਨਾਨਕ ਨੂੰ ਸਮਝ ਨਹੀਂ ਸਕੇਗਾ, ਪਰ ਹਾਂ ਉਸ ਦਿਨ ਸਮਝੇਗਾ ਜਦੋਂ ਤੂੰ ਸੰਸਾਰ ਤੋਂ ਕੂਚ ਕਰਨਾ ਹੋਇਆ। ਸੋ ਇਸ ਤਰ੍ਹਾਂ ਅੱਜ ਪੰਡਤ ਨੂੰ ਵੀ ਪਤਾ ਹੈ ਕਿ ਜੇ ਗੁਰੂ ਨਾਨਕ ਪਾਤਸ਼ਾਹ ਮੇਰੇ ਸਾਹਮਣੇ ਬੈਠੇ ਨੇ ਤੇ ਜ਼ਰੂਰ ਅੱਜ ਵੀ ਕੋਈ ਨਾ ਕੋਈ ਭਰਮ ਜਾਲ ਜਿਹੜਾ ਹੈ ਇਸ ਦੁਨੀਆ ਤੇ ਉਹ ਤੋੜਨਗੇ। ਹੁਣ ਕਿਹਾ ਗਿਆ ਤੁਹਾਨੂੰ ਜਨੇਊ ਪਾਉਣਾ ਹੈ, ਤਾਂ ਦਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬੇਸ਼ੱਕ ਪਾਓ, ਕੋਈ ਗੱਲ ਨਹੀਂ, ਪਰ ਹਾਂ ਮੇਰਾ ਇੱਕ ਸਵਾਲ ਹੈ, ਇਹਨੂੰ ਪਾਉਣ ਤੋਂ ਪਹਿਲਾਂ ਮੈਨੂੰ ਇਹਦੇ ਬਾਰੇ ਜਾਣਕਾਰੀ ਦਿਓ, ਮੈਨੂੰ ਚੰਗੀ ਤਰ੍ਹਾਂ ਇਹਦੇ ਬਾਰੇ ਸਮਝਾਓ। ਮੈਂ ਤੁਹਾਡੇ ਲਕੀਰ ਦਾ ਫਕੀਰ ਨਹੀਂ ਬਣਨਾ। ਹਾਲਾਂਕਿ ਇਹ ਨਹੀਂ ਕਿ ਪਾਉਣਾ ਸੀ ਸਤਿਗੁਰਾਂ ਨੇ, ਪਾਉਣਾ ਤੇ ਬਿਲਕੁਲ ਵੀ ਨਹੀਂ ਸੀਗਾ, ਪਰ ਕਹਿੰਦੇ ਠੀਕ ਹੈ, ਪਰ ਪਹਿਲਾਂ ਇਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਸਮਝਾਓ, ਫਿਰ ਕਰਾਂਗੇ ਵਿਚਾਰ ਵੀ ਪਾ ਲਵਾਂਗੇ ਜਾਂ ਨਹੀਂ, ਪਰ ਪਹਿਲਾਂ ਇਹਦੇ ਬਾਰੇ ਦੱਸੋ ਤਾਂ ਸਹੀ ਵੀ ਤੁਸੀਂ ਕਰਨ ਕੀ ਲੱਗੇ ਹੋ, ਇਹ ਸਾਰਾ ਕਰਦੇ ਕੀ ਪਏ ਹੋ, ਇਹ ਪੜ੍ਹਦਾ ਕੀ ਪਿਆ ਤੂੰ, ਇਹ ਵੱਟਦਾ ਕੀ ਪਿਆ। ਉਹਨੇ ਕਿਹਾ ਇਹ ਜਨੇਊ ਹੈ। ਸਾਹਿਬ ਕਹਿੰਦੇ ਇਹਦੇ ਨਾਲ ਕੀ ਹੋਏਗਾ। ਕਹਿੰਦਾ ਇਹ ਬ੍ਰਾਹਮਣ ਸੰਸਕਾਰ ਹੈ, ਇਹਦੇ ਨਾਲ ਬ੍ਰਾਹਮਣ ਜਿਹੜਾ ਉਹ ਪੂਰਾ ਮੰਨਿਆ ਜਾਂਦਾ, ਕਿਉਂਕਿ ਖੱਤਰੀ ਨੂੰ ਵੱਖਰਾ ਜਨੇਊ, ਉਸ ਤੋਂ ਬਾਅਦ ਵੈਸ਼ ਨੂੰ ਵੱਖਰਾ ਜਨੇਊ, ਬ੍ਰਾਹਮਣ ਨੂੰ ਵੱਖਰਾ ਜਨੇਊ। ਜਨੇਊ ਨੂੰ ਵਰਨ ਵੰਡ ਦੇ ਵਿੱਚ ਕੀਤਾ ਗਿਆ, ਜਿਹੜਾ ਸ਼ੂਦਰ ਹੈ ਉਹਨੂੰ ਜਨੇਊ ਪਹਿਨਣ ਦਾ ਅਧਿਕਾਰ ਕੋਈ ਨਹੀਂ ਹੈ। ਦੇਖੋ ਧਰਮ ਦੇ ਚਿੰਨ੍ਹਾਂ ਨੂੰ ਵੀ ਵੰਡਿਆ ਹੋਇਆ, ਜਿੱਥੇ ਧਰਮ ਨੂੰ ਵੰਡਿਆ ਗਿਆ, ਜਿੱਥੇ ਇੰਜ ਕਹਿ ਲਈਏ ਕਿ ਧਰਮ ਦੇ ਵਿੱਚ ਫਿਰਕੇ ਬਣਾ ਦਿੱਤੇ ਗਏ, 4 ਵਰਨ ਬਣਾ ਦਿੱਤੇ ਗਏ। ਹੈਰਾਨੀ ਇਸ ਗੱਲ ਤੇ ਧਰਮ ਦੇ ਚਿੰਨ੍ਹਾਂ ਨੂੰ ਵੰਡ ਦਿੱਤਾ ਗਿਆ। ਤੇ ਗੁਰਮੁਖੋ ਗੁਰਸਿੱਖੋ ਕਲਗੀਧਰ ਪਾਤਸ਼ਾਹ ਤੋਂ ਕੁਰਬਾਨ ਜਾਇਆ ਕਰੋ। ਮੇਰੇ ਦਾਤਾਰ ਨੇ ਕਦੀ ਧਰਮ ਦਾ ਚਿੰਨ੍ਹ ਨਹੀਂ ਵੰਡਿਆ, ਕੁਛ ਵੀ ਨਹੀਂ ਵੰਡਿਆ, ਨਾ ਸਤਿਗੁਰਾਂ ਨੇ ਕਦੀ ਸਿੱਖਾਂ ਨੂੰ ਵੰਡਿਆ, ਨਾ ਬਾਣੀ ਨੂੰ ਵੰਡਿਆ। ਬਸ ਇੰਝ ਕਹਿ ਲਈਏ ਹਰ ਇੱਕ ਚੀਜ਼ ਨੂੰ ਇਕੱਤਰ ਕੀਤਾ, ਇਕੱਠਿਆਂ ਕੀਤਾ। ਕਦੀ ਇਹ ਨਹੀਂ ਸੀ ਕਿਹਾ ਜੋ ਅਸੀਂ ਪਹਿਨਾਂਗੇ ਉਹ ਤੁਸੀਂ ਨਹੀਂ ਪਹਿਨ ਸਕਦੇ, ਜਾਂ ਜੋ ਅਮੀਰ ਸਿੱਖ ਜਿਹੜੇ ਕਕਾਰ ਪਹਿਨੇਗਾ, ਗਰੀਬ ਸਿੱਖ ਉਹ ਕਕਾਰ ਨਹੀਂ ਪਹਿਨ ਸਕੇਗਾ। ਸਰਬ ਲੋ ਸਤਿਗੁਰਾਂ ਨੇ ਆਪ ਵਰਤਿਆ ਤੇ ਸਰਬ ਲੋ ਹੀ ਸਾਨੂੰ ਦੇ ਦਿੱਤਾ। ਇਹ ਨਹੀਂ ਕਿਹਾ ਕਿ ਨਹੀਂ ਤੁਸੀਂ ਗਰੀਬ ਸਿੱਖ ਹੋ, ਤੁਸੀਂ ਸਰਬ ਲੋ ਪਹਿਨੋ ਤੇ ਮੈਂ ਸੋਨੇ ਦੀ ਸਿਰੀਸਾ ਪਾਵਾਂਗਾ। ਇਸ ਲਈ ਦਾਤਾਰ ਪਾਤਸ਼ਾਹ ਤੋਂ ਕੁਰਬਾਨ ਜਾਈਏ। ਤਾਂ ਹਜ਼ੂਰ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜਦੋਂ ਪੁੱਛਦੇ, ਉਹ ਕਹਿੰਦਾ ਜੀ ਇਹ ਵੰਡਿਆ ਹੋਇਆ ਹੈ। ਵੈਸ਼ ਨੇ ਵੱਖਰਾ ਜਨੇਊ ਪਾਉਣਾ, ਖੱਤਰੀ ਨੇ ਵੱਖਰਾ ਪਾਉਣਾ ਤੇ ਬ੍ਰਾਹਮਣ ਨੇ ਵੱਖਰਾ ਪਾਉਣਾ। ਭਾਵ ਕਿਸੇ ਨੇ ਸੂਤ ਦਾ ਜਨੇਊ ਪਾਉਣਾ, ਕਿਸੇ ਨੇ ਉੱਨ ਦਾ ਜਨੇਊ ਪਾਉਣਾ, ਕਿਸੇ ਨੇ ਸਣ ਦਾ ਜਨੇਊ ਪਾਉਣਾ, ਤੇ ਜਿਹੜਾ ਸ਼ੂਦਰ ਹੈ ਉਹਨੂੰ ਜਨੇਊ ਪਾਉਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਨਾ ਸ਼ੂਦਰ ਨੂੰ ਅਧਿਕਾਰ ਹੈ ਤੇ ਨਾ ਇਸਤਰੀ ਨੂੰ ਜਨੇਊ ਪਾਉਣ ਦਾ ਅਧਿਕਾਰ ਹੈ। ਸੋ ਖੈਰ ਕਮਾਲ ਦੇ ਧਰਮ ਤੇ ਕਮਾਲ ਦੀ ਉਹਨਾਂ ਦੀ ਕੀਤੀ ਹੋਈ ਵੰਡ ਕਿ ਆਹ ਕੰਮ ਮੈਂ ਕਰ ਸਕਦਾ, ਤੂੰ ਨਹੀਂ ਕਰ ਸਕਦਾ। ਬਾਕੀ ਕੰਮ ਵੰਡੇ ਜਾਂਦੇ, ਚਲੋ ਠੀਕ ਸੀ, ਧਰਮ ਦੇ ਚਿੰਨ੍ਹ ਵੰਡਤੇ। ਫਿਰ ਜਨੇਊ ਪਹਿਨੇ ਹੋਏ ਨੇ, ਖੱਬੇ ਤੋਂ ਸੱਜੇ ਜਨੇਊ ਪਾਉਂਦੇ ਨੇ। ਫਿਰ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਜਿਸ ਦਿਨ ਕੋਈ ਮ੍ਰਿਤਕ ਕਿਰਿਆ ਕਰਨੀ ਹੁੰਦੀ, ਪਿੱਤਰ ਕਿਰਿਆ ਕਰਨੀ ਹੁੰਦੀ, ਉਸ ਦਿਨ ਉਹ ਜਨੇਊ ਨੂੰ ਸੱਜੇ ਤੋਂ ਖੱਬੇ ਵਾਲੇ ਪਾਸੇ ਪਾਉਂਦੇ ਨੇ। ਸੋ ਖੈਰ ਨਾਲ ਨਾਲ ਜ਼ਿਕਰ ਕਰਾਂ, ਦਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ ਇਹ ਸਾਰਾ ਕੁਝ ਹੋਣ ਲੱਗਾ, ਸਾਹਿਬ ਕਹਿੰਦੇ ਸਮਝਾ ਇਹਦੇ ਬਾਰੇ। ਉਹਨੇ ਜਿੰਨਾ ਕੁ ਉਹਨੂੰ ਗਿਆਨ ਸੀ, ਜਿੰਨਾ ਕੁ ਕਿਤਾਬਾਂ 'ਚ ਪੜ੍ਹਿਆ, ਜਾਂ ਪੀੜ੍ਹੀ ਦਰ ਪੀੜ੍ਹੀ ਉਹਦੇ ਬਜ਼ੁਰਗਾਂ ਨੇ ਉਹਨੂੰ ਜੋ ਦੱਸਿਆ ਵੀ ਇਹਨੂੰ ਇੰਝ ਪਾਉਣਾ ਹੈ, ਆਹ ਇਹਦੇ ਪਾਉਣ ਦੇ ਫਾਇਦੇ ਨੇ, ਆਹ ਇਹਦੀ ਮਰਿਆਦਾ ਹੈ, ਆਹ ਸਾਰਾ ਕੁਝ ਉਹਨੂੰ ਜਦੋਂ ਦੱਸ ਦਿੱਤਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਨਹੀਂ ਮੈਂ ਪਾਉਣਾ। ਉਹ ਕਹਿੰਦਾ ਕਿਉਂ? ਸਾਹਿਬ ਕਹਿੰਦੇ ਤੇ ਫਿਰ ਇੱਕ ਧਾਗਾ ਹੈ, ਇਹਨੇ ਸਮੇਂ ਦੇ ਨਾਲ ਇਹਨੇ ਮੈਲਿਆਂ ਵੀ ਹੋਣਾ, ਸਮੇਂ ਦੇ ਨਾਲ ਇਹਨੇ ਟੁੱਟਣਾ ਵੀ ਹੈ,
ਸਮੇਂ ਦੇ ਨਾਲ ਇਹਨੇ ਸੜਨਾ ਵੀ, ਤੇ ਸਮੇਂ ਦੇ ਨਾਲ ਆਪਾਂ ਦੇਖਦੇ ਹਾਂ ਜਨੇਊ ਬਦਲ ਵੀ ਲੈਂਦੇ ਨੇ। ਸੋ ਦਾਤਾਰ ਪਾਤਸ਼ਾਹ ਜੀ ਉਹਨੂੰ ਕਹਿੰਦੇ ਮੈਂ ਤੈਨੂੰ ਦੱਸਦਾ ਅਸਲ ਜਨੇਊ ਕੀ ਹੈ। ਪੰਡਤ ਜੀ ਉਹ ਜਨੇਊ ਪਾਓ, ਤੁਸੀਂ ਮੈਨੂੰ ਜਨੇਊ ਪਵਾਉਣ ਵਾਸਤੇ ਆਇਓ, ਤੁਸੀਂ ਮੈਨੂੰ ਰਹਿਣ ਦਿਓ, ਮੈਂ ਤੁਹਾਨੂੰ ਇੱਕ ਜਨੇਊ ਪਵਾਉਣਾ ਵਾ, ਪਾਓ ਤੁਸੀਂ। ਪੰਡਤ ਹੈਰਾਨ ਹੈ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਦੱਸਦਾ ਅਸਲ ਜਨੇਊ ਕੀ ਹੁੰਦਾ ਹੈ। ਸੋ ਉੱਥੇ ਸਾਹਿਬ ਜੀ ਨੇ ਪਾਵਨ ਬਚਨ ਜੋ ਅੱਜ ਆਪਾਂ ਸਰਵਣ ਕਰਦੇ ਉਚਾਰਨ ਕੀਤਾ। ਦਾਤਾਰ ਕਹਿੰਦੇ ਸ਼ਲੋਕ ਮਹੱਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਜਦੋਂ ਜਨੇਊ ਨੂੰ ਵਟਿਆ ਜਾਂਦਾ ਨਾ, ਅੱਜ ਕੱਲ੍ਹ ਤੇ ਚਲੋ ਯੁੱਗ ਵੱਖਰਾ ਹੈ, ਪੁਰਾਣੇ ਸਮਿਆਂ ਦੇ ਅੰਦਰ ਖੂਹ ਦੇ ਵਿੱਚ ਲਮਕਾ ਕੇ ਥੱਲੇ ਪਿੰਨਾ ਬੰਨ੍ਹ ਕੇ ਜਾਂ ਕੋਈ ਚੀਜ਼ ਬੰਨ੍ਹ ਕੇ ਉਹਨੂੰ ਘੁਮਾਉਂਦੇ ਰਹਿੰਦੇ ਸੀ, ਭਾਵ ਕਿ ਉੱਚੀ ਥਾਂ ਦੇ ਉੱਤੇ ਆਪ ਬਹਿ ਜਾਣਾ ਖੂਹ ਦੀ ਮੌਣ ਤੇ ਖੂਹ ਦੇ ਵਿੱਚ ਉਹਨੂੰ ਲਟਕਾਉਣਾ, ਕਿਉਂਕਿ ਕਾਫੀ ਲੰਮਾ ਬਣਾਉਣਾ ਹੁੰਦਾ ਸੀ। ਹੁਣ ਜੇ ਆਮ ਕਿਤੇ ਬਹਿ ਕੇ ਬਣਾਉਣ ਤੇ ਉਹ ਥੱਲੇ ਜ਼ਮੀਨ ਤੇ ਲੱਗਦਾ ਸੀ, ਖੂਹ ਦੇ ਵਿੱਚ ਲਮਕਾ ਕੇ ਜਿਨੇ ਉਹਨੂੰ ਵਟੇ ਚਾੜੇ ਜਾਂਦੇ ਸਨ। ਸੋ ਉਸ ਤੋਂ ਬਾਅਦ ਉਹਨੂੰ 3 ਧਾਗਿਆਂ ਨੂੰ, ਜਿਵੇਂ ਕਹਿ ਲਓ ਵੀ ਸਰੀਰ ਦੀ ਮਾਪ ਲੰਬਾਈ ਦੇ ਹਿਸਾਬ ਦੇ ਨਾਲ, ਆਪਣੀ ਬਾਂਹ ਦੀ ਲੰਬਾਈ ਦੇ ਹਿਸਾਬ ਨਾਲ, ਜਾਂ ਧਰਮ ਦੇ ਵੰਡ ਦੇ ਅਨੁਸਾਰ ਫਿਰ ਉਹਦਾ ਆਕਾਰ ਸਾਈਜ਼ ਬਣਦਾ ਸੀ। ਸੋ ਖੈਰ ਦਾਤਾਰ ਜੀ ਕਹਿੰਦੇ ਦਇਆ ਕਪਾਹ। ਪੰਡਤ ਜੀ ਤੁਸੀਂ ਆ ਜਿਹੜੀ ਬਾਹਰਲੀ ਕਪਾਹ ਨੂੰ ਕੱਤ ਕੇ ਉਹਦਾ ਜਨੇਊ ਬਣਾ ਕੇ ਬੈਠੇ ਹੋ, ਅਸਲ 'ਚ ਕਿਹੜੀ ਕਪਾਹ ਹੋਣੀ ਚਾਹੀਦੀ? ਦਇਆ ਰੂਪੀ ਕਪਾਹ ਹੋਵੇ। ਸੰਤੋਖ ਸੂਤ, ਜਿਵੇਂ ਕਪਾਹ ਉਹਨੂੰ ਬਾਅਦ 'ਚ ਵੱਟਿਆ ਜਾਂ ਕਪਾਹ ਦਾ ਸੂਤ ਕੱਤਿਆ ਜਾਂਦਾ ਚਰਖੇ ਤੇ ਚੜ੍ਹ ਕੇ, ਦਾਤਾ ਜੀ ਕਹਿੰਦੇ ਦਇਆ ਕਪਾਹ ਬਣਾ, ਸੰਤੋਖ ਦਾ ਸੂਤ ਹੋਵੇ, ਜਤ ਗੰਢੀ, ਜਨੇਊ ਦੇ ਵਿੱਚ ਗੰਢਾਂ ਮਾਰੀਆਂ ਜਾਂਦੀਆਂ ਨੇ, ਉਹਨਾਂ ਤੇ ਇੱਕ ਇੱਕ ਮੰਤਰ ਪੜ੍ਹ ਕੇ ਉਹ ਪੰਡਿਤ ਗੰਢਾਂ ਮਾਰਦਾ ਜਨੇਊ 'ਚ। ਐਵੇਂ ਬਿਨਾਂ ਮਤਲਬ ਤੋਂ ਨਹੀਂ, ਹਰ ਗੰਢ ਦੇ ਉੱਤੇ ਉਹ ਮੰਤਰ ਪੜ੍ਹਦਾ ਹੈ, ਫਿਰ ਉਹ ਗੰਢ ਮਾਰਦਾ ਹੈ। ਤਾਂ ਸਾਹਿਬ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਸੰਤੋਖ ਦਾ ਸੂਤ ਕੱਤ ਤੇ ਜਤ ਗੰਢੀ, ਜਤ ਦੀਆਂ ਗੰਢਾਂ ਮਾਰ ਇਹਦੇ। ਆ ਬਾਹਰੀ ਗੰਢਾਂ ਦੀ ਲੋੜ ਨਹੀਂ, ਭਾਵ ਕਿ ਆਪਣੇ ਅੰਦਰ ਜਿਹੜਾ ਜਨੇਊ ਪਾਉਣਾ 'ਚ ਜਤ ਦੀਆਂ ਗੰਢਾਂ ਹੋਣ। ਜਤ ਸਤ ਕਮਾ ਜ਼ਿੰਦਗੀ 'ਚ। ਜਤ ਦਾ ਅਰਥ ਹੁੰਦਾ ਹੈ ਕਿ ਤੂੰ ਆਪਣੇ ਇੰਦਰੀਆਂ ਦੇ ਉੱਤੇ ਕੰਟਰੋਲ ਰੱਖ, ਤੂੰ ਜਤੀ ਸਤੀ ਹੋ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਸਤਿਗੁਰਾਂ ਨੇ ਸਿੱਖ ਨੂੰ ਵੀ ਇਹ ਹਦਾਇਤ ਕੀਤੀ ਸੀ, ਸਿੱਖਾ ਕੈਸਾ ਜਤੀ ਹੋਵੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਡਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੈ ਹੁ ਨਾ ਜਈ ਹੋ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਸੋ ਇਹ ਜਤ ਧਾਰਨ ਕਰ। ਤੇ ਫਿਰ ਸਾਹਿਬ ਕਹਿੰਦੇ ਸੱਤ ਵਟ, ਇਹਨੂੰ ਜਿਹੜੇ ਤੂੰ ਵਟੇ ਚਾੜਦਾ ਪਿਆ ਨਾ ਹੱਥ ਦੇ ਨਾਲ, ਇਹ ਕਿਹੜੇ ਵਟੇ ਹੋਣੇ ਚਾਹੀਦੇ? 7 ਦਾ ਵਟਾ ਚਾੜ। ਜਿਵੇਂ ਆਪਾਂ ਕਈ ਵਾਰ ਧਾਗੇ ਨੂੰ 2 ਤਲੀਆਂ 'ਚ ਫੜ ਕੇ ਇਸ ਤਰ੍ਹਾਂ ਮਲਦੇ ਹਾਂ, ਉਹਨੂੰ ਵਟਾ ਚੜ੍ਹ ਜਾਂਦਾ। ਜਿਸ ਤਰ੍ਹਾਂ ਬੱਤੀ ਨੂੰ ਵਟਾ ਚਾੜਿਆ ਜਾਂਦਾ ਹੈ, ਉਹਨੂੰ ਤਾਂ ਹੀ ਬੱਤੀ ਕਹਿੰਦੇ ਕਿਉਂਕਿ ਉਹਨੂੰ ਵਟੇ ਚਾੜੇ ਜਾਂਦੇ ਨੇ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ 7 ਦਾ ਵਟ ਇਹਨੂੰ ਦੇ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਪੰਡਤ ਜੇ ਹਈ ਤਾਂ, ਜੇ ਤੇਰੇ ਕੋਲ ਇਹ ਜਨੇਊ ਹੈਗਾ ਤਾਂ ਪਾਂਡੇ ਘੱਤ ਮੈਨੂੰ ਪਾ ਦੇ, ਪਰ ਮੈਂ ਤੇਰਾ ਧਾਗਾ ਨਹੀਂ ਪਾਉਣਾ। ਆਹ ਜਿਹੜਾ ਜਨੇਊ ਮੈਂ ਤੈਨੂੰ ਦੱਸਿਆ, ਜੇ ਆਹ ਸਾਰਾ ਕੁਛ ਤੇਰੇ ਕੋਲ ਹੈ, ਇਹੋ ਜਨੇਊ ਜੀ ਕਾ, ਇਹ ਮੇਰੀ ਜਿੰਦ ਦਾ ਜਨੇਊ ਹੈ। ਜਿਹੜਾ ਤੂੰ ਪਾਉਣ ਲੱਗਾ ਸਿਰਫ ਮੇਰੇ ਤਨ ਦਾ ਜਨੇਊ, ਤੇ ਮੈਂ ਤਨ ਦੇ ਜਨੇਊ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦੇਣੀ। ਜੇ ਤੇਰੇ ਕੋਲ ਮੇਰੀ ਜਿੰਦ ਦਾ ਜਨੇਊ, ਜਿਹੜਾ ਇੱਥੇ ਤੇ ਉੱਥੇ ਮੇਰੀ ਜਿੰਦ ਨਾ ਨਿਭੇ, ਕਿਉਂਕਿ ਉੱਥੇ ਤੇ ਜਿੰਦ ਨੇ ਜਾਣਾ, ਉੱਥੇ ਲੇਖੇ ਤੇ ਜਿੰਦ ਦੇ ਹੋਣੇ, ਤਨ ਤੇ ਇੱਥੇ ਹੀ ਸੜ ਮਰ ਜਾਣਾ। ਇਸ ਕਰਕੇ ਜੇ ਤੇਰੇ ਕੋਲ ਇਸ ਜਿੰਦ ਨੂੰ ਪਾਉਣ ਵਾਲਾ ਕੋਈ ਜਨੇਊ ਹੈ ਤਾਂ ਪੰਡਤ ਜੀ ਹਈ ਤਾਂ ਪਾਂਡੇ ਘੱਤ, ਮੈਨੂੰ ਪਾ ਦੇਣਾ ਕਰ। ਘੱਤ ਦਾ ਮਤਲਬ ਹੈ ਪਾ ਦੇਣਾ ਕਰ। ਸਾਹਿਬ ਕਹਿੰਦੇ ਫਿਰ ਜਿਹੜਾ ਜਨੇਊ ਮੈਂ ਤੈਨੂੰ ਦੱਸਿਆ ਨਾ, ਤੂੰ ਆਪਣੇ ਦੇ ਫਾਇਦੇ ਦੱਸ ਦਿੱਤੇ ਨੇ, ਹੁਣ ਮੈਂ ਜਿਹੜਾ ਤੈਨੂੰ ਦੱਸਦਾ ਇਹਦੇ ਫਾਇਦੇ ਸੁਣ ਕੀ ਹੈ। ਤੂੰ ਤੇ ਦੱਸ ਦਿੱਤਾ ਨਾ ਵੀ ਇਹਦੇ ਨਾਲ ਆਹ ਪੁੰਨ ਮਿਲਦਾ, ਇਹਦੇ ਨਾਲ ਬ੍ਰਾਹਮਣ ਪੱਕਾ ਹੋ ਜਾਂਦਾ, ਇਹਦੇ ਆਹ ਕਰਮ ਹਨ। ਸਾਹਿਬ ਕਹਿੰਦੇ ਹੁਣ ਮੈਂ ਤੈਨੂੰ ਦੱਸਦਾ, ਨਾ ਇਹੋ ਟੁੱਟਾ ਨਾ ਮਲ ਲੱਗਾ ਹੈ। ਪੰਡਤ ਜੀ ਤੁਹਾਡਾ ਜਨੇਊ ਤੇ ਟੁੱਟਦਾ, ਇਹ ਤੇ ਕਿਤੇ ਅੜ ਕੇ ਵੀ ਟੁੱਟ ਜਾਣਾ, ਸਮੇਂ ਦੇ ਨਾਲ ਪੁਰਾਣਾ ਹੋ ਕੇ ਵੀ ਟੁੱਟ ਜਾਣਾ। ਇਹਨੂੰ ਮੈਲ ਵੀ ਲੱਗਦੀ ਹੈ ਕਿਉਂਕਿ ਧਾਗਾ ਹੈ, ਮੈਲਾ ਵੀ ਹੋਏਗਾ। ਜਿਹੜਾ ਮੈਂ ਤੈਨੂੰ ਦੱਸਦਾ ਪਿਆ, ਨਾ ਇਹੋ ਟੁੱਟਾ ਨਾ ਮਲ ਲੱਗਾ, ਨਾ ਇਹਨੇ ਟੁੱਟਣਾ, ਨਾ ਇਹਨੇ ਕਦੀ ਮੈਲਾ ਹੋਣਾ, ਨਾ ਇਹੋ ਜਲੈ ਨਾ ਜਾਏ, ਨਾ ਇਹਨੇ ਸੜਨਾ ਹੈ।
ਆ ਤੁਹਾਡੇ ਵਾਲਾ ਤੇ ਬਸ ਪਤਾ ਹੀ ਨਹੀਂ ਇਹਨੂੰ ਕਦੋਂ ਅੱਗ ਪੈ ਜਾਣੀ ਹੈ। ਸਰੀਰ ਤੇ ਪਾਇਆ, ਸੰਸਕਾਰ ਹੋਣ ਲੱਗਿਆ ਸਭ ਤੋਂ ਪਹਿਲਾਂ ਅੱਗ ਹੀ ਇਹਨੂੰ ਪੈਣੀ ਹੈ, ਕਿਉਂਕਿ ਇਹ ਧਾਗਾ ਇੱਕ ਆਮ ਜਿਹਾ। ਸਾਹਿਬ ਕਹਿੰਦੇ ਜੋ ਅਸੀਂ ਦੱਸ ਰਹੇ ਨਾ ਇਹੋ ਜਲੈ ਨਾ ਜਾਏ, ਨਾ ਇਹਨੇ ਕਿਤੇ ਜਾਣਾ, ਭਾਵ ਕਿ ਤੇਰੀ ਜਿੰਦ ਦੇ ਨਾਲ ਰਹੇਗਾ। ਫਿਰ ਨਾ ਜਾਏ, ਨਾ ਜਾਏ ਦਾ ਅਰਥ ਹੈ ਕੋਈ ਦੂਜੀ ਜਗ੍ਹਾ ਨਹੀਂ, ਭਾਵ ਕਿ ਤਨ ਦੇ ਉੱਤੇ ਰਹੇ। ਜਿਹੜਾ ਤੇਰਾ ਜਨੇਊ ਹੈ ਉਹ ਤੇ ਜਗ੍ਹਾ ਬਦਲਦਾ ਰਹਿੰਦਾ, ਕਦੀ ਖੱਬੇ ਪਾਸੇ ਨੂੰ ਪਾ ਲਿਆ, ਪਹਿਲਾਂ ਖੱਬੇ ਨੂੰ ਪਾਉਂਦੇ ਹੋ, ਜਿਸ ਦਿਨ ਪਿਤਰੀ ਸੰਸਕਾਰ ਕਰਦੇ ਹੋ ਦੂਜੇ ਪਾਸੇ ਨੂੰ ਪਾ ਲੈਂਦੇ, ਜਗ੍ਹਾ ਬਦਲਤੀ ਉਹਨੇ ਤਾਂ। ਪਰ ਜਿਹੜਾ ਮੈਂ ਜਨੇਊ ਤੈਨੂੰ ਦੱਸ ਰਿਹਾ ਨਾ ਜਾਏ, ਇਹ ਫਿਰ ਜਗ੍ਹਾ ਨਹੀਂ ਬਦਲਦਾ। ਇਹ ਨਹੀਂ ਕਿ ਅੱਜ ਤੁਹਾਡੇ ਕੋਲ ਹੈ ਕੱਲ ਨੂੰ ਦੂਜੇ ਪਾਸੇ ਹੋਇਆ ਪਿਆ ਹੋਵੇ। ਸੋ ਜਾਏ ਦੇ ਅਰਥ ਬੜੇ ਕੀਤੇ ਨੇ, ਪਰ ਇੱਥੇ ਸਾਹਿਬ ਜੀ ਕਹਿੰਦੇ ਨਾ ਇਹੋ ਜਲੈ ਨਾ ਜਾਏ, ਨਾ ਇਹ ਜਲਦਾ ਤੇ ਨਾ ਇਹ ਸਾਥ ਛੱਡਦਾ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਸਾਹਿਬ ਕਹਿੰਦੇ ਧਨ ਨੇ ਉਹ ਮਾਨਸ ਜਿਨ੍ਹਾਂ ਨੇ ਆ ਜਨੇਊ ਗਲ 'ਚ ਪਾਇਆ ਤੇ ਚੱਲੇ, ਸੰਸਾਰ ਤੋਂ ਚੱਲੇ। ਤੁਹਾਡਾ ਜਨੇਊ ਤੇ ਨਾਲ ਲੈ ਕੇ ਜਾਣਾ ਹੀ ਨਹੀਂ ਕਿਸੇ ਨੇ, ਇੱਥੇ ਹੀ ਪਾਉਣਾ, ਇੱਥੇ ਛੱਡ ਜਾਣਾ। ਪਰ ਜਿਹੜਾ ਮੈਂ ਦੱਸ ਰਿਹਾ ਇਹਨੂੰ ਪਾ ਕੇ ਤੁਸੀਂ ਅਗਾਂਹ ਵੀ ਜਾ ਸਕਦੇ ਹੋ। ਜਿਵੇਂ ਕਹਿ ਲਓ ਕੁਛ ਚੀਜ਼ਾਂ ਹੁੰਦੀਆਂ ਨੇ ਨਾ ਜਿਹੜੀਆਂ ਇੱਕ ਮੁਲਕ 'ਚੋਂ ਦੂਜੇ 'ਚ ਨਹੀਂ ਜਾ ਸਕਦੀਆਂ। ਆਪ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਹੋ, ਰਹਿੰਦੇ ਹੋ, ਉੱਥੇ ਤੁਹਾਨੂੰ ਪਤਾ ਬਹੁਤ ਐਸੀਆਂ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕੁਛ ਬੀਜ ਹੁੰਦੇ ਨੇ ਉਹ ਇੱਕ ਮੁਲਕ ਦੂਜੇ ਮੁਲਕ 'ਚ ਲਿਜਾਣ ਦੀ ਪਰਮਿਸ਼ਨ ਨਹੀਂ ਦੇਵੇਗਾ, ਵੀ ਇਹ ਬੀਜ ਤੁਸੀਂ ਉੱਧਰ ਨਹੀਂ ਲਿਜਾ ਸਕਦੇ, ਉੱਧਰ ਦੇ ਬੀਜ ਇੱਧਰ ਨਹੀਂ ਆ ਸਕਦੇ। ਸੋ ਇਸ ਤਰ੍ਹਾਂ ਕੁਛ ਚੀਜ਼ਾਂ ਹੁੰਦੀਆਂ ਨੇ। ਦਾਤਾ ਜੀ ਕਹਿੰਦੇ ਜਿਹੜਾ ਤੁਹਾਡਾ ਜਨੇਊ ਹੈ ਨਾ, ਇੰਝ ਸਮਝ ਲਾ ਵੀ ਇਸ ਮੁਲਕ 'ਚੋਂ ਉਸ ਮੁਲਕ ਦੇ ਵਿੱਚ ਜਾਣ ਦੀ ਇਹਨੂੰ ਪਰਮਿਸ਼ਨ ਨਹੀਂ ਹੈ, ਇਹ ਇੱਥੇ ਸੜ ਬਲ ਜਾਣਾ। ਤੇ ਜੇ ਧੱਕੇ ਨਾਲ ਪਾ ਵੀ ਦੋਗੇ ਤਾਂ ਵੀ ਇਹਨੇ ਗਾਂ ਇਹਨੂੰ ਪਰਮਿਸ਼ਨ ਹੀ ਨਹੀਂ ਅੱਗੇ ਐਂਟਰ ਕਰਨ ਦੀ। ਪਰ ਜੋ ਮੈਂ ਤੁਹਾਨੂੰ ਦੱਸਦਾ ਉਹ ਧਨ ਨੇ ਮਨੁੱਖ ਜਿਹੜੇ ਨੂੰ ਪਹਿਨਣਗੇ, ਉਹ ਬਿਨਾਂ ਰੋਕ ਟੋਕ ਦੇ ਅੱਗੇ ਵੀ ਲੈ ਕੇ ਜਾ ਸਕਦੇ, ਪੁੱਛਣਾ ਨਹੀਂ ਕਿਸੇ ਨੇ ਉਹਨਾਂ ਨੂੰ। ਸੋ ਇਸ ਲਈ ਸਾਹਿਬ ਕਹਿੰਦੇ ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਜਿਹੜੇ ਆਪਣੇ ਗਲ ਦੇ ਵਿੱਚ ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੱਤ ਨੂੰ ਵੱਟ ਕੇ, ਜੱਤ ਦੀਆਂ ਗੰਢੀਆਂ ਦੇ ਕੇ ਤੇ ਸੱਤ ਦਾ ਵੱਟ ਚਾੜ ਕੇ ਜਿਹੜੇ ਉਸ ਜਨੇਊ ਨੂੰ ਪਾਉਂਦੇ ਉਹ ਧਨ ਹਨ। ਚੌਕੜ ਮੁੱਲ ਅਣਾਇਆ, ਬਹਿ ਚੌਂਕੈ ਪਾਇਆ। ਸਭ ਕਹਿੰਦੇ ਆ ਤੁਸੀਂ ਤਾਂ ਮੁੱਲ ਅਣਾਇਆ, ਚੌਂਕੜ 4 ਕੌਡੀਆਂ ਦਾ, ਕਿਉਂਕਿ ਯੁੱਗਾਂ ਦੇ ਅਨੁਸਾਰ ਜਨੇਊ ਦਾ ਮੁੱਲ ਪੈਂਦਾ ਰਿਹਾ। ਸਤਯੁਗ ਦੇ ਵਿੱਚ ਇਹਦਾ ਵੱਖਰਾ ਮੁੱਲ ਸੀ, ਤ੍ਰੇਤੇ ਦੇ ਵਿੱਚ ਇਹ ਆਨਿਆਂ ਦਾ ਹੋ ਗਿਆ, ਫਿਰ ਇਹ ਪੈਸਿਆਂ ਦਾ, ਦੁਆਪਰ ਦੇ ਵਿੱਚ 4 ਪੈਸਿਆਂ ਦਾ, ਤ੍ਰੇਤੇ ਦੇ ਵਿੱਚ 4 ਆਨਿਆਂ ਦਾ ਹੋ ਗਿਆ। ਸੋ ਇਸ ਤਰ੍ਹਾਂ ਸਤਯੁਗ ਦੇ ਵਿੱਚ ਇਹਦਾ ਹੋਰ ਮੁੱਲ ਸੀਗਾ। ਕਲਯੁਗ ਦੇ ਅੰਦਰ ਇਹ 4 ਜਿਵੇਂ ਕਹਿ ਦਿਓ ਕੌਡੀਆਂ ਦਾ ਆਉਂਦਾ ਸੀ। ਚਲੋ ਅੱਜ ਮਾਇਆ ਦੇ ਰੂਪ ਬਦਲੇ ਨੇ, ਪੁਰਾਣੇ ਸਮੇਂ 'ਚ ਕਲਯੁਗ 'ਚ 4 ਕੌਡੀਆਂ ਦਾ ਖਰੀਦਿਆ ਜਾਂਦਾ। ਚੌਕੜ ਮੁੱਲ ਅਣਾਇਆ, ਸਾਹਿਬ ਕਹਿੰਦੇ ਮੁੱਲ ਮੰਗਵਾਇਆ ਗਿਆ, ਖਰੀਦਿਆ ਗਿਆ। ਇਹਨੂੰ ਖਰੀਦੇ ਨੂੰ ਫਿਰ ਅਸੀਂ ਕੀ ਕਹੀਏ, ਬਹਿ ਚੌਂਕੈ ਪਾਇਆ। ਇਹਨੂੰ ਮੁੱਲ ਖਰੀਦ ਕੇ ਦੁਕਾਨ ਤੋਂ ਵਟਿਆ ਕਿਸੇ ਹੋਰ ਨੇ, ਉੱਥੋਂ ਮੁੱਲ ਲਿਆਂਦਾ ਗਿਆ। ਜਿੰਝ ਕਹਿ ਲਈਏ ਜੇ ਤੂੰ ਵੀ ਵਟਿਆ ਤੇ ਰੂੰ ਕਪਾਹ ਆਦਿਕ ਤੂੰ ਵੀ ਮੁੱਲ ਖਰੀਦ ਕੇ ਲਿਆਇਆ। ਸੋ ਇਸ ਤਰ੍ਹਾਂ ਅੱਜ ਵੀ ਜਨੇਊ ਬਹੁਤ ਜ਼ਿਆਦਾ ਜਿਹੜਾ ਉਹ ਮੁੱਲ ਹੀ ਖਰੀਦ ਕੇ ਇੱਕ ਬ੍ਰਾਹਮਣ ਜਿਹੜਾ ਲੈ ਕੇ ਜਾਂਦਾ ਤੇ ਜਜ਼ਮਾਨ ਦੇ ਬੱਚੇ ਨੂੰ ਜਾ ਕੇ ਪਹਿਨਾ ਦਿੰਦਾ। ਤਾਂ ਦਾਤਾ ਜੀ ਕਹਿੰਦੇ ਮੁੱਲ ਅਣਾਇਆ, ਇਹ ਤੇ ਮੁੱਲ ਲਿਆਂਦਾ ਗਿਆ ਤੇ ਬਹਿ ਚੌਂਕੈ ਪਾਇਆ। ਇਸ ਚੌਂਕੇ ਦੇ ਵਿੱਚ ਬਹਿ ਕਰਕੇ ਸਾਰੇ ਜਣਿਆਂ ਨੇ ਆ ਤੂੰ ਮੰਤਰ ਪੜ੍ਹਨੇ ਸ਼ੁਰੂ ਕਰਨ ਲੱਗਾ, ਇਸ ਤਰ੍ਹਾਂ ਹੀ ਤੁਸੀਂ ਕਰਦੇ ਜੇ ਵੀ ਸਾਰੇ ਜਣੇ, ਸਾਰਾ ਭਾਈਚਾਰਾ, ਸ਼ਰੀਕਾ ਆਸੇ ਪਾਸੇ ਘੇਰਾ ਘੱਤ ਕੇ ਬਹਿ ਜਾਂਦਾ ਤੇ ਵਿਚਕਾਰ ਬਿਠਾ ਕਰਕੇ ਸਾਰਿਆਂ ਦੇ ਸਾਹਮਣੇ ਇਹ ਜਨੇਊ ਜਿਹੜਾ ਪਾ ਦਿੱਤਾ ਜਾਂਦਾ। ਤੇ ਜਦੋਂ ਜਨੇਊ ਤੂੰ ਪਹਿਨਾਉਂਦਾ ਹੈ ਤੇ ਨਾਲ ਸਾਹਿਬ ਜੀ ਥੋੜ੍ਹਾ ਜਿਹਾ ਉਹਦੇ ਬਾਰੇ ਗਿਆਨ ਦਿੰਦੇ ਵੀ ਤੁਸੀਂ ਕੀ ਕਰਦੇ ਹੋ। ਸਿੱਖਾ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ, ਤੂੰ ਜਨੇਊ ਪਾਉਣ ਵਾਲੇ ਦੇ ਕੰਨ ਵਿੱਚ ਫੂਕ ਮਾਰ ਕੇ ਉਹਨੂੰ ਇੱਕ ਸਿੱਖਿਆ ਦੇਣਾ। ਉਹ ਸਿੱਖਿਆ ਕੀ ਹੈ ਕਿ ਜਦੋਂ ਤੂੰ ਕਿਤੇ ਸਰੀਰਕ ਕਿਰਿਆ ਕਰਨੀ ਹੈ, ਲਘੂ ਸ਼ੰਕਾ ਜਾਣਾ ਹੈ, ਤੇ ਤੂੰ ਇਹਨੂੰ ਆਪਣੇ ਕੰਨ ਦੇ ਉੱਤੇ ਵਲ ਲੈਣਾ। ਫਿਰ ਉਹਨੂੰ ਤੂੰ ਗਾਇਤਰੀ ਮੰਤਰ ਸਿੱਖਿਆ ਦੇ ਦੇਣਾ। ਫਿਰ ਉਹਨੂੰ ਕਿ ਜਦੋਂ ਆਹ ਕਰਮ ਕਰਨਾ ਉਦੋਂ ਇਸ ਜਨੇ ਨੂੰ ਇੱਧਰ ਨੂੰ ਪਾ ਲੈਣਾ, ਲਘੂ ਸ਼ੰਕਾ ਜਾਣ ਲੱਗਿਆ ਇਹਨੂੰ ਕੰਨ 'ਤੇ ਲਵੇਟ ਲੈਣਾ। ਆਹ ਸਿੱਖਿਆ ਦੇ ਕਰਕੇ ਤੇ ਤੂੰ ਗੁਰ ਬ੍ਰਾਹਮਣ ਥੀਆ, ਤੂੰ ਉਹਦਾ ਗੁਰੂ ਬਣ ਜਾਣਾ। ਭਾਵ ਕਿ ਪੰਡਤ ਬ੍ਰਾਹਮਣ ਜਿਹੜਾ ਗੁਰੂ ਬਣ ਜਾਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨਹੀਂ, ਇਹ ਤਾਂ ਤੇਰੇ ਬਾਹਰ ਦੇ ਕਰਮ ਹਨ। ਬਾਹਰ ਜਨੇਊ ਜਿਚਰ ਜੋਤ ਹੈ ਨਾਲ, ਇਹ ਤਾਂ ਉਨਾ ਚਿਰ ਹੈ ਜਿੰਨਾ ਚਿਰ ਜੋਤੀ ਇਸ ਕਾਇਆ ਦੇ ਨਾਲ ਹੈ। ਜਿਸ ਦਿਨ ਜੋਤ ਨਿਕਲ ਗਈ ਕਿਹੜਾ ਜਨੇਊ। ਤਾਂ ਸਾਹਿਬ ਬਾਣੀ ਅੰਦਰ ਇੱਕ ਬਚਨ ਕਹਿੰਦੇ ਨੇ ਭਗਤ ਜੀ, ਕਹਿੰਦੇ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ।
ਉਹ ਜਗਤ ਦਾ ਗੁਰੂ ਹੋ ਸਕਦਾ ਹੈ, ਕਿਉਂਕਿ ਜਗਤ ਦੇ ਲੋਕਾਂ ਦੇ ਗਲ ਜਨੇਊ ਪਾ ਕੇ, ਉਹਨਾਂ ਦੇ ਕੰਨਾਂ ਦੇ ਵਿੱਚ ਮੰਤਰ ਸੁਣਾ ਕੇ ਉਹਨਾਂ ਦਾ ਗੁਰੂ ਬਣ ਸਕਦਾ ਉਹ, ਪਰ ਭਗਤਨ ਕਾ ਗੁਰੂ ਨਾਹੀਂ, ਭਗਤਾਂ ਦਾ ਗੁਰੂ ਨਹੀਂ ਬਣ ਸਕਦਾ। ਤਾਂ ਸਾਹਿਬ ਕਹਿੰਦੇ ਤੂੰ ਇਸ ਤਰ੍ਹਾਂ ਸਿੱਖਿਆ ਦਿੱਤੀ, ਉਹਦੇ ਕੰਨ ਦੇ ਵਿੱਚ ਉਹਨੂੰ ਸਮਝਾਉਣਾ ਕੀਤਾ, ਤੇ ਫਿਰ ਗੁਰ ਬ੍ਰਾਹਮਣ ਥਿਆ, ਇਸ ਤਰ੍ਹਾਂ ਤੂੰ ਉਹਦਾ ਗੁਰੂ ਬਣ ਜਾਣਾ। ਪਰ ਪੰਡਤ ਜੀ ਸੱਚ ਇਹ ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ ਉਹ ਮੂਆ, ਜਿਸ ਦੇ ਗਲ ਵਿੱਚ ਤੂੰ ਜਨੇਊ ਪਾਇਆ ਉਹ ਮਰ ਜਾਂਦਾ ਇੱਕ ਦਿਨ। ਜਦੋਂ ਉਹ ਮਰ ਗਿਆ, ਉਹ ਝੜ ਪਿਆ, ਤੇ ਜਿਹੜਾ ਤੂੰ ਜਨੇਊ ਦੇ ਗਲ 'ਚ ਪਾਉਣਾ ਘੱਤ ਕੇ, ਇੰਨਾ ਤਾਮ ਝਾਮ ਕਰਕੇ, ਇੰਨਾ ਅਡੰਬਰ ਕਰਕੇ, ਆ ਸਾਰਾ ਕੁਛ ਇੰਨਾ ਖਰਚਾ ਕਰਕੇ, ਹਜ਼ਾਰਾਂ ਰੁਪਈਆ ਜਿਸ ਦੇ ਗਲ 'ਚ ਪਾਇਆ ਗਿਆ, ਮਰਨ ਦੀ ਦੇਰ ਸੀ, ਸਰੀਰ ਨੂੰ ਅੱਗ ਨੇ ਛੋਹਿਆ, ਹਾਲੇ ਥੋੜ੍ਹਾ ਜਿਹਾ ਸੇਕ ਹੀ ਪਿਆ, ਉਹ ਝੜ ਪਿਆ, ਤੇ ਉਹ ਤੇਰਾ ਜਨੇਊ ਜਿਹੜਾ ਪਹਿਲਾਂ ਸੜ ਗਿਆ, ਉਹ ਪਹਿਲਾਂ ਸਰੀਰ ਦੇ ਨਾਲ ਉਹ ਝੜ ਕੇ ਜਿਵੇਂ ਕਹਿ ਲਓ ਚਿਖਾ ਦੇ ਵਿੱਚ ਡਿੱਗ ਪਿਆ, ਕਿਉਂਕਿ ਜਿਵੇਂ ਹੀ ਇੱਕ ਪਾਸੋਂ ਟੁੱਟਿਆ ਉਹਨੇ ਤੇ ਨਾਲ ਹੀ ਇਕੱਠਾ ਜਿਹਾ ਹੋ ਕੇ ਥੱਲੇ ਡਿੱਗ ਪੈਣਾ। ਸੋ ਸਾਹਿਬ ਕਹਿੰਦੇ ਉਹ ਝੜ ਪਿਆ, ਵੇ ਤੱਗਾ ਗਿਆ। ਤੇ ਜਿਸ ਬੰਦੇ ਦੀ ਤੂੰ ਗੱਲ ਕਰਦਾ ਪਿਆ ਸੀ ਕਿ ਇਹ ਜਨੇਊ ਧਾਰੀ ਹੈ, ਅਗਾਂਹ ਦਰਗਾਹ ਦੇ ਵਿੱਚ ਵੇ ਤੱਗਾ ਗਿਆ, ਉਹ ਜਨੇਊ ਤੋਂ ਰਹਿਤ ਹੀ ਚਲਾ ਗਿਆ, ਜਨੇਊ ਤੋਂ ਬਿਨਾਂ ਚਲਾ ਗਿਆ। ਤੇ ਸਾਹਿਬ ਕਹਿੰਦੇ ਫਿਰ ਐਸੇ ਨੂੰ ਪਹਿਨ ਕੇ ਕੀ ਕਰਨਾ, ਕਿਉਂਕਿ ਜਿੱਥੇ ਜਾ ਕੇ ਇਹਦੀ ਲੋੜ ਹੈ ਉੱਥੇ ਤੇ ਚੀਜ਼ ਕੰਮ ਹੀ ਨਹੀਂ ਆਈ। ਹੁਣ ਫਰਜ਼ ਕਰੋ ਦੁਨਿਆਵੀ ਤੌਰ ਤੇ ਜਿਹੜੀ ਚੀਜ਼ ਨੂੰ ਜਦੋਂ ਦੀ ਲੋੜ ਹੈ, ਜਿਵੇਂ ਆਪਾਂ ਕਹਿ ਦਿੰਦੇ ਧਨ ਬਹੁਤ ਹੈ, ਪਰ ਜਦੋਂ ਲੋੜ ਹੋਵੇ ਉਦੋਂ ਹੈ ਹੀ ਨਹੀਂ, ਤੇ ਐਸੇ ਧਨ ਨੂੰ ਕਰਨਾ ਕੀ। ਸੋ ਇਸ ਤਰ੍ਹਾਂ ਸਾਹਿਬ ਕਹਿੰਦੇ ਦੁਨੀਆ ਤੇ ਤਾਂ ਖੈਰੇ ਦੀ ਜ਼ਿਆਦਾ ਲੋੜ ਨਹੀਂ, ਅੱਗੇ ਦੀ ਲੋੜ ਸੀ ਤੇ ਅੱਗੇ ਨਾਲ ਤੁਰਿਆ ਨਾ, ਵੇ ਤੱਗਾ ਗਿਆ। ਤੇ ਉਹ ਜਿਹੜਾ ਭਲਾ ਪੁਰਖ ਜਿਹਦੇ ਵਾਸਤੇ ਤੂੰ ਇਹ ਸਾਰਾ ਕੁਝ ਕੀਤਾ, ਜਿਹਦੇ ਗਲ ਪਾਉਂਦੇ ਜੇ, ਤੇ ਉਹ ਤਾਂ ਅਖੀਰ ਵੇ ਤੱਗਾ ਚਲਾ ਜਾਂਦਾ, ਬਿਨਾਂ ਜਨੇਊ ਤੋਂ ਚਲਾ ਜਾਂਦਾ। ਇੰਝ ਦਾਤਾਰ ਪਾਤਸ਼ਾਹ ਜੀ ਪਹਿਲਾਂ ਉਹਦੇ ਕੀਤੇ ਹੋਏ ਕਰਮ ਜਾਂ ਜੋ ਉਹਦੀ ਜਨੇਊ ਦੀ ਮਰਿਆਦਾ ਉਹਦੇ ਬਾਰੇ ਸਮਝਾਉਂਦੇ ਨੇ ਪਹਿਲੇ ਪੜਾਅ ਦੇ ਅੰਦਰ, ਕਿ ਪੰਡਤ ਜੀ ਇਹ ਜੋ ਕੁਛ ਤੁਸੀਂ ਮੈਨੂੰ ਕਰਨ ਵਾਸਤੇ ਆਏ ਹੋ ਨਾ, ਮੈਂ ਤੁਹਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ, ਮੈਂ ਤੁਹਾਨੂੰ ਇਹਦੀ ਸੱਚਾਈ ਦੱਸ ਦਿੱਤੀ ਹੈ ਕਿ ਤੁਸੀਂ ਜਿਹੜਾ ਜਨੇਊ ਪਾਉਣਾ ਉਹ ਇਸ ਤਰ੍ਹਾਂ ਦਾ, ਉਹਦੇ ਆਹ ਨੁਕਸਾਨ ਹੋਣਗੇ, ਉਹਦੇ 'ਚ ਆਹ ਸੱਚਾਈ ਹੈ, ਤੇ ਨਾ ਉਹਨੇ ਇੱਥੇ ਕੋਈ ਬਹੁਤਾ ਕੁਝ ਸਵਾਰਨਾ ਤੇ ਅੱਗੇ ਉਹਨੇ ਇਸ ਮਨੁੱਖ ਦੇ ਨਾਲ ਨਿਭਣਾ ਨਹੀਂ, ਇਸ ਕਰਕੇ ਮੈਂ ਤੁਹਾਡੇ ਇਸ ਜਨੇਊ ਦੇ ਨਾਲ ਸਹਿਮਤ ਨਹੀਂ ਹਾਂ। ਇੰਝ ਦਾਤਾਰ ਪਾਤਸ਼ਾਹ ਜੀ ਸਮਝਾਉਂਦੇ ਨੇ। ਇਸ ਪਾਵਨ ਸਲੋਕ ਦਾ ਪਹਿਲਾ ਪੜਾਅ ਜਿਹੜਾ ਹੈ, ਪਹਿਲੇ ਪੜਾਅ ਦੇ ਅੰਦਰ ਸਾਹਿਬ ਦਾਤਾਰ ਪਾਤਸ਼ਾਹ ਜੀ ਨੇ ਇੰਝ ਸਮਝਾਇਆ ਹੈ। ਦੂਸਰੇ ਪੜਾਅ ਦੇ ਅੰਦਰ ਸਾਹਿਬ ਜੀ ਜੋ ਇਸ ਜਨੇਊ ਨੂੰ ਪਾ ਕੇ ਕੀਤੇ ਜਾਣ ਵਾਲੇ ਕਰਮ ਜੋ ਨਹੀਂ ਕਰ ਰਿਹਾ ਮਨੁੱਖ, ਉਹਦੇ ਬਾਰੇ ਜ਼ਿਕਰ ਕਰਨਗੇ। ਪਹਿਲੇ ਪੜਾਅ ਦੀ ਸੰਪੂਰਨਤਾ ਆਓ ਅਗਲੇ ਮਹੱਲੇ ਅੰਦਰ ਸਾਹਿਬ ਕਿਰਪਾ ਕਰਦੇ ਹਨ।